हाँ जी, गुड मॉर्निंग स्टूडेंट्स। सो बेटा होपफुली तुसी हैराडॉमर ਦਾ मॉडल है ਜਿਹੜਾ ਉਹ ਕਰ ਲਿਆ ਹੋਣਾ ਹੈ। सो नैक्सट है अपने को सोलो मॉडल ऑफ ग्रोथ। प्रोफैसर रॉबर्ट एम सोलो, एमिनेंट न्यू क्लासिकल ग्रोथ इकोनॉमिस्ट, ठीक है। दिस नोटेड MIT प्रोफैसर, इंस्टीट्यूट है बेटा मैसाचुसेट्स इंस्टीट्यूट ऑफ टेक्नोलॉजी, has contributed in the quarterly journal of economics। ਉਹਦਾ वॉल्यूम नंबर है LXX, L ਹੁੰਦਾ 50 60 70 फरवरी 1956। ਉਹਦੇ ਵਿੱਚ ਉਸਨੇ मॉडल ऑफ लॉन्ग रन इकोनॉमिक ग्रोथ है ਜਿਹੜਾ ਉਸ ਦਿੱਤਾ ਸੀ। ਉਹਦਾ ਜਿਹੜਾ मॉडल है ਇਹ हैराडॉमर ਦੀ ग्रोथ मॉडल ਦਾ ਆਲਟਰਨੇਟਿਵ मॉडल है। ਹੀ ਹੈਜ਼ ਉਹਨੇ ਆਪਣੇ मॉडल ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇਨਕੋਰਪੋਰੇਟ ਕੀਤੀਆਂ ਨੇ ਜੋ ਰਹਿ ਗਈਆਂ ਸੀ ਹੈਰਾਡੋਮਰ ਮਾਡਲ ਦੇ ਵਿੱਚ, ਲਾਈਕ ਪੋਸੀਬਿਲਿਟੀਜ਼ ਆਫ ਫੈਕਟਰ ਸਬਸਟੀਟਿਊਸ਼ਨ ਕਿ ਫੈਕਟਰਸ ਨੂੰ ਇੱਕ ਦੂਸਰੇ ਦੀ ਜਗ੍ਹਾ ਦੇ ਉੱਤੇ ਸਬਸਟੀਟਿਊਟ ਕਰ ਸਕਦੇ ਹੋ, ਤੇ ਜਿਹੜੀਆਂ ਫੈਕਟਰਸ ਆਫ ਪ੍ਰੋਡਕਸ਼ਨ ਨੇ ਉਹਨਾਂ ਦੇ ਉੱਤੇ ਡਿਮਿਨਿਸ਼ਿੰਗ ਰਿਟਰਨਸ ਲੱਗਦੀਆਂ ਨੇ। ਪ੍ਰੋਫੈਸਰ ਸੋਲੋ ਕਹਿੰਦਾ ਹੈ ਕਿ ਹੈਰਾਡੋਮਰ ਦਾ ਮਾਡਲ ਹੈ ਜਿਹੜਾ ਉਹ ਅਨਰੀਅਲਿਸਟਿਕ ਅਜ਼ੰਪਸ਼ਨ ਦੇ ਉੱਤੇ ਬੇਸ ਸੀ। ਉਹ ਕਿਹੜੀਆਂ ਸੀ ਕਿ ਹਮੇਸ਼ਾ ਫੈਕਟਰਸ ਦੀ ਰੇਸ਼ੋ ਫਿਕਸਡ ਰਹਿੰਦੀ ਹੈ ਤੇ ਕੈਪੀਟਲ ਆਊਟਪੁੱਟ ਰੇਸ਼ੋ ਕਾਂਸਟੈਂਟ ਰਹਿੰਦੀ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਸੋਲੋ ਨੇ ਆਪਣੇ ਮਾਡਲ ਦੇ ਵਿੱਚ ਇਨਕਲੂਡ ਨਹੀਂ ਕੀਤਾ। ਸੋਲੋ ਕਹਿੰਦਾ ਹੈ ਕਿ ਇਕੋਨਮੀਜ਼ ਨੇ ਜਿਹੜੀਆਂ ਉਹ ਕੰਡੀਸ਼ਨਲੀ ਮਤਲਬ ਕੰਡੀਸ਼ਨਡ ਅਪੋਨ ਕਿੱਥੇ ਕਨਵਰਜ ਮਿਲਣਗੀਆਂ, ਕਿੱਥੇ ਟੂ ਦ ਸੇਮ ਲੈਵਲ ਆਫ ਇਨਕਮ, ਗਿਵਨ ਦੈਟ ਜੇ ਉਹਨਾਂ ਦੇ ਸੇਮ ਰੇਟ ਆਫ ਸੇਵਿੰਗਸ ਹੋਣ, ਡੈਪਰੀਸੀਏਸ਼ਨ, ਲੇਬਰ ਫੋਰਸ ਗਰੋਥ ਰੇਟ ਤੇ ਪ੍ਰੋਡਕਟਿਵਿਟੀ ਗਰੋਥ ਹੋਵੇ। ਸੋ ਸੋਲੋ ਦਾ ਮਾਡਲ ਹੈ ਉਹ ਇੱਕ ਬੇਸਿਕ ਫਰੇਮਵਰਕ ਹੈ ਕਿਸ ਵਾਸਤੇ, ਸਟੱਡੀ ਆਫ ਕਨਵਰਜੈਂਸ ਅਕ੍ਰੋਸ ਦ ਕੰਟਰੀਜ਼। ਸੋ ਗਰੋਥ ਮਾਡਲ ਆਫ ਰੋਬਰਟ ਸੋਲੋ ਫੋਲੋਇੰਗ ਅਜ਼ੰਪਸ਼ਨਸ ਤੇ ਬੇਸਡ ਹੈ। ਫਸਟ ਹੈ ਅਸੀਂ ਲੈ ਕੇ ਚੱਲਦੇ ਹਾਂ ਕਿ ਇੱਕ ਸਿੰਗਲ ਕੰਪੋਜ਼ਿਟ ਕਮੋਡਿਟੀ ਦੈਟ ਇਜ਼ ਨੈਸ਼ਨਲ ਆਊਟਪੁੱਟ ਪ੍ਰੋਡਿਊਸ ਕੀਤੀ ਜਾਂਦੀ ਹੈ। ਦੋ ਫੈਕਟਰਸ ਆਫ ਪ੍ਰੋਡਕਸ਼ਨ ਨੇ, ਲੇਬਰ ਤੇ ਕੈਪੀਟਲ। ਫੁੱਲ ਇੰਪਲੋਇਮੈਂਟ ਐਗਜ਼ਿਸਟ ਕਰਦਾ ਹੈ। ਲੇਬਰ ਤੇ ਕੈਪੀਟਲ ਨੂੰ ਇੱਕ ਦੂਜੇ ਦੇ ਨਾਲ ਸਬਸਟੀਟਿਊਟ ਕੀਤਾ ਜਾ ਸਕਦਾ ਹੈ। ਡਿਮਿਨਿਸ਼ਿੰਗ ਰਿਟਰਨਸ ਲੱਗਦੀਆਂ ਨੇ ਲੇਬਰ ਤੇ ਕੈਪੀਟਲ ਦੇ ਉੱਤੇ। ਪ੍ਰੋਡਕਸ਼ਨ ਹੈ ਜਿਹੜੀ ਉਹਦੇ ਉੱਤੇ ਕਾਂਸਟੈਂਟ ਰਿਟਰਨਸ ਟੂ ਸਕੇਲ ਲੱਗਦਾ ਹੈ। ਪ੍ਰੋਡਕਸ਼ਨ ਫੰਕਸ਼ਨ ਲੀਨੀਅਰ ਹੋਮੋਜੀਨੀਅਸ ਪ੍ਰੋਡਕਸ਼ਨ ਫੰਕਸ਼ਨ ਆਫ ਦਾ ਫਸਟ ਡਿਗਰੀ। ਲੀਨੀਅਰ ਪ੍ਰੋਡਕਸ਼ਨ ਫੰਕਸ਼ਨ ਆਫ ਫਸਟ ਡਿਗਰੀ ਦਾ ਮਤਲਬ ਹੁੰਦਾ ਹੈ ਜਿੰਨੀ ਚੇਂਜ ਤੁਸੀਂ ਲੇਬਰ ਤੇ ਕੈਪੀਟਲ 'ਚ ਕਰਦੇ ਹੋ ਉਨੀ ਹੀ ਚੇਂਜ ਪ੍ਰੋਡਕਸ਼ਨ 'ਚ ਹੁੰਦੀ ਹੈ। ਪ੍ਰੋਪੈਂਸਿਟੀ ਟੂ ਸੇਵ ਕਾਂਸਟੈਂਟ ਹੈ। ਸਾਰੀ ਸੇਵਿੰਗ ਨੂੰ ਇਨਵੈਸਟ ਕੀਤਾ ਜਾ ਸਕਦਾ ਹੈ, ਕਿਸੇ ਵੀ ਤਰੀਕੇ ਦੀ ਕੋਈ ਵੀ ਹੋਲਡਿੰਗ ਨਹੀਂ ਹੁੰਦੀ। ਪ੍ਰੋਡਕਸ਼ਨ ਦਾ ਮਤਲਬ ਨੈਟ ਪ੍ਰੋਡਕਸ਼ਨ ਹੁੰਦਾ ਹੈ। ਇਟ ਇਜ਼ ਦ ਡਿਫਰੈਂਸ ਬਿਟਵੀਨ GP ਐਂਡ ਡੈਪਰੀਸੀਏਸ਼ਨ। ਗ੍ਰੋਸ ਪ੍ਰੋਡਕਸ਼ਨ 'ਚੋਂ ਜੋ ਵੀ ਘਸਾਵਟ ਹੈ ਕਢਾ ਕੇ ਜੋ ਮਿਲਦਾ ਹੈ ਉਹ ਨੈਟ ਪ੍ਰੋਡਕਸ਼ਨ ਹੁੰਦਾ ਹੈ। ਪ੍ਰਾਈਸਿਸ ਤੇ ਵੇਜਿਸ ਫਲੈਕਸੀਬਲ ਹੁੰਦੀਆਂ ਨੇ। ਪਰਫੈਕਟ ਕੰਪੀਟੀਸ਼ਨ ਹੈ। ਟੈਕਨੋਲੋਜੀਕਲ ਇੰਪਰੂਵਮੈਂਟ ਨਿਊਟਰਲ ਹੈ, ਮਤਲਬ ਟੈਕਨੋਲੋਜੀ ਦੇ ਵਿੱਚ ਬਦਲਾਵ ਨਹੀਂ ਆਉਂਦਾ, ਰਾਈਟ। ਨਾਓ ਸੋਲੋ ਮਾਡਲ ਆਫਟਰ ਐਜ਼ੰਪਸ਼ਨਸ। ਸੋਲੋ ਮਾਡਲ ਹੈ ਜਿਹੜਾ ਉਹ ਸਟਾਰਟ ਹੁੰਦਾ ਹੈ। Just a minute, beta. Let me settle. So solo model according to solo ਕਹਿੰਦਾ ਅਸੀਂ ਫੁੱਲ ਇੰਪਲੋਇਮੈਂਟ ਦੀ ਅਜ਼ੰਪਸ਼ਨ ਲਈ ਹੈ ਤੇ ਅਸੀਂ ਕਿਹਾ ਹੈ ਕਿ ਫੈਕਟਰਸ ਨੇ ਜਿਹੜੇ ਉਹ ਸਬਸਟੀਟਿਊਟ ਕਰ ਹੋ ਸਕਦੇ ਨੇ ਇੱਕ ਦੂਜੇ ਦੀ ਜਗ੍ਹਾ ਦੇ ਉੱਤੇ। ਇਸ ਕਰਕੇ ਉਹ ਕਹਿੰਦਾ ਹੈ ਕਿ ਲੌਂਗ ਰਨ ਦੇ ਵਿੱਚ ਇੱਕ ਫ੍ਰੀ ਮਾਰਕੀਟ ਇਕੋਨਮੀ ਚੱਲਦੀ ਹੈ ਤੇ ਸਟੱਡੀ ਸਟੇਟ ਜਾਂ ਫਿਰ ਸਟੇਬਲ ਇਕੁਇਲਿਬਰੀਅਮ ਅਚੀਵ ਹੁੰਦਾ ਹੈ। ਇਸ ਸਿਚੁਏਸ਼ਨ ਦੇ ਵਿੱਚ ਜਿੰਨਾ ਵੀ ਸੇਵ ਕੀਤਾ ਜਾਂਦਾ ਹੈ ਉਹ ਆਟੋਮੈਟਿਕਲੀ ਇਨਵੈਸਟ ਹੋ ਜਾਂਦਾ ਹੈ। ਸੇਵਿੰਗਸ ਹਮੇਸ਼ਾ ਇਨਵੈਸਟਮੈਂਟ ਦੇ ਬਰਾਬਰ ਹੁੰਦੀਆਂ ਨੇ। ਜੇ ਕਿਧਰੇ ਕੋਈ ਡਿਸਇਕੁਇਲਿਬਰੀਅਮ ਹੋਊਗਾ ਜਾਂ ਕੋਈ ਡਿਸਇਕੁਇਲਿਬਰੀਅਮ ਸਪਲਾਈ ਆਫ ਲੇਬਰ ਐਂਡ ਕੈਪੀਟਲ 'ਚ ਹੋਊਗਾ ਉਹ ਆਟੋਮੈਟਿਕਲੀ ਕਰੈਕਟ ਹੋ ਜਾਊਗਾ। ਕਿੱਦਾਂ? ਸਬਸਟੀਟਿਊਟ ਕਰਕੇ, ਠੀਕ ਹੈ। ਫੋਰ ਇੰਸਟੈਂਸ ਕਹਿੰਦਾ ਕਿਸੇ ਇਕੋਨਮੀ ਦੇ ਵਿੱਚ ਸਪਲਾਈ ਆਫ ਲੇਬਰ ਵੱਧ ਜਾਂਦੀ ਹੈ ਕੈਪੀਟਲ ਤੋਂ ਤਾਂ ਪ੍ਰਾਈਸ ਆਫ ਲੇਬਰ ਹੈ ਮਤਲਬ ਵੇਜਿਸ ਨੇ ਉਹ ਫਾਲ ਕਰ ਜਾਣਗੀਆਂ ਅਗੇਂਸਟ ਦ ਪ੍ਰਾਈਸ ਆਫ ਕੈਪੀਟਲ ਦੈਟ ਇਜ਼ ਦ ਰੇਟ ਆਫ ਇੰਟਰਸਟ। ਕੌਨਸੀਕੁਐਂਟਲੀ ਡਿਮਾਂਡ ਫॉर ਲੇਬਰ ਵੱਧ ਜੂਗੀ ਤੇ ਉਹ ਸਪਲਾਈ ਦੇ ਬਰਾਬਰ ਹੋ ਜੂਗੀ। ਔਨ ਦੀ ਕੰਟਰੇਰੀ ਇਫ
ਸਪਲਾਈ ਆਫ ਕੈਪੀਟਲ ਵੱਧ ਜੇ ਲੇਬਰ ਤੋਂ ਤਾਂ ਪ੍ਰਾਈਸ ਆਫ ਕੈਪੀਟਲ ਮਤਲਬ ਰੇਟ ਆਫ ਇੰਟਰਸਟ ਫਾਲ ਕਰ ਜੂਗਾ ਐਜ਼ ਅਗੇਂਸਟ ਵੇਜ ਰੇਟ। ਫਿਰ ਡਿਮਾਂਡ ਫॉर ਕੈਪੀਟਲ ਤੇ ਸਪਲਾਈ ਆਫ ਕੈਪੀਟਲ ਬਰਾਬਰ ਹੋ ਜਾਣਗੇ ਤੇ ਜਿੰਨਾ ਵੀ ਅਨਸਟੇਬਲ ਇਕੁਲਿਬਰੀਅਮ ਆ ਖਤਮ ਹੋ ਜੂਗਾ ਤੇ ਸਟੇਬਲ ਇਕੁਲਿਬਰੀਅਮ ਰੀ-ਐਸਟੈਬਲਿਸ਼ਡ ਹੋ ਜੂਗਾ। ਸੋ ਹੇਅਰ what Solow talked about, two things he talked about कि सेविंग ते इन्वेस्टमेंट हमेशा एक दूजे दे बराबर हुंदियां ने। दूजी गल उन्हें की कि अगर किते कोई डिसइक्विलिब्रियम होगा वो अपने आप करैक्ट हो जूगा। किते डिमांड फॉर लेबर या सप्लाई ऑफ लेबर च कोई फर्क होवे, डिमांड फॉर कैपिटल या सप्लाई ऑफ कैपिटल च कोई फर्क होवे, वो अपने आप ठीक हो जूगा तो स्टेबल इक्विलिब्रियम अनस्टेबल इक्विलिब्रियम स्टेबल इक्विलिब्रियम दे विच कन्वर्ट हो जाऊगा। सो सोलो कहता है कि टेक्नोलॉजी बीइंग वेरीएबल कैपिटल आउटपुट रेशो है ओवर अ पीरीयड ऑफ टाइम वो इस तरह के नाल एडजस्ट होगी कि इक्विलिब्रियम रेशो है जी वो करैक्ट हो जूगी। सो सोलो कहता है कि इकोनमी दे विच जिन्नी भी प्रोडक्शन हुंदी है इट इज़ अ कंपोजिट कमोडिटी, मतलब वो नैशनल आउटपुट या नैशनल इनकम होंगी। मतलब जिन्ना भी कुछ सब तो पहले असम्पशन आप यही की सी ना कि जिन्ना भी प्रोड्यूस किया जाता है वो नैशनल इनकम वाल नूं कंट्रीब्यूट करता है। तो वो ग्रोथ रेट नूं असीं की कहांगे YT, टी हुंदा टी टाइम पीरीयड। ठीक है, कहंदा एक इकोनमी है वो अपनी इनकम का कुछ पार्ट कंजम्पशन ते से खर्च करती है, बाकी सेव कर लेंदी है। जो सेव करती है उन्होंने सेविंग ऑफ इकोनमी कहने हाँ। इस सेविंग में इन्वेस्ट कर लिया जाता है। सोलो कहता है सेविंग की है डेफिनेट पार्ट ऑफ आउटपुट है तो इनू असी स्मॉल एस के नाल डिनोट करांगे। रेट ऑफ सेविंग की कहांगे SYT टाइम पीरीयड दे विच, मतलब इनकम चो जिहड़ा पार्ट सेव कर लिया जाता है। कैपिटल स्टॉक ऑफ इकोनमी नू कैपिटल नू KT कहांगे। ग्रोथ रेट ऑफ कैपिटल स्टॉक की होगा DDT ऑफ K, डिफरेंसीएशन ऑफ K विद टाइम पीरियड T और K ऊपर डॉट रेफर्स टू नैट इन्वेस्टमेंट। सो सेविंग इन्वेस्टमेंट हमेशा इक्वल होंदे ने। सो मॉडल दिता है कहना नैट इन्वेस्टमेंट इज इक्वल टू सेविंग, K डॉट इज इक्वल टू SY, नैट इन्वेस्टमेंट इज इक्वल टू सेविंग रेट इनटू इनकम। सो SY इज द रेट ऑफ सेविंग। सोलो का मॉडल किस चीज़ पर बेस्ड है कि लेबर तो कैपिटल दो ही फैक्टर्स ऑफ प्रोडक्शन है, इस करके फैक्टर आ होगी प्रोडक्शन इनकम आउटपुट। वाई नू कुछ भी लिख सकते हो। वाई की हेल्प नाल हुंदी है कैपिटल ते लेबर दी। हुण जे असी इत्थे वाई की जगह के उत्ते आह फंक्शन पुट कर दिए तो S इंटू वाई की जगह ते आ गया FKL। ਇਹਦਾ मतलब ग्रोथ रेट ऑफ लेबर फोर्स किहदे उत्ते डिपेंड करती है, वो बाहरी फैक्टर जिहड़े पॉपूलेशन नू इन्फ्लुएंस करते हैं। सोलो मन के चलता है कि इस लेबर की सप्लाई है जी वो एक्सपोनेंशियल रेट के नाल वधदी है। एक्सपोनेंशियल रेट मतलब क्यूमुलेटिव रेट के नाल। जे टैक्नोलॉजी नहीं है तो सोलोज N, सोलो ने जिहड़ा N लिया है एक्सपोनेंशियल रेट है वो हैरड दे नैचुरल रेट ऑफ ग्रोथ वर्गा ही है। इसका मतलब ग्रोथ रेट ऑफ लेबर फोर्स में असीं की कह सकते हाँ LT इज इक्वल टू LOENT। इस दे विच L की है टोटल इंप्लॉयमेंट ऑफ लेबर इन द टाइम पीरियड T। ठीक है, वाइल इन इक्वेजन L0 डिनोट्स जिन्नी लेबर थोड़े कोल अवेलेबल है। सो असी कहने हैं फुल इंप्लॉयमेंट दी असम्पशन है, इस करके L विल बी इक्वल टू LO। सो बाय पुटिंग द वैल्यू ऑफ इक्वेजन 4 दी वैल्यू असी इत्थे इस L दी जगह के उत्ते असी आ पुट करता SFK, LOENT। पहला असी की किता इस इक्वेजन दे विच इत्थे असी जिहड़ी हैगी है वाई की वैल्यू फस्ट इक्वेजन दे विच असी वाई की वैल्यू पुट की, आ इक्वेजन बन गई साडे कोल। फिर असी आ इक्वेजन शो की इत्थे, फिर असी थर्ड इक्वेजन दे विच असी फोर्थ की वैल्यू पुट की, साडे कोल आ फिफ्थ इक्वेजन आ गई। ठीक है, सो फिफ्थ इक्वेजन की कहती है कि मेरा K डॉट मेरी नैट इन्वेस्टमेंट किहदे इक्वल है सेविंग रेट इंटू फंक्शन ऑफ कैपिटल एंड द टोटल अवेलेबल सप्लाई ऑफ लेबर दे बराबर है। सो सोलो कहता है उहदी फिफ्थ इक्वेजन है वो उहदी बेसिक इक्वेजन है,
ਉਹ ਕੀ ਡਿਟਰਮਿਨ ਕਰਦੀ ਹੈ ਟਾਈਮ ਪਾਥ ਆਫ ਕੈਪੀਟਲ ਅਕਮੂਲੇਸ਼ਨ ਕਿ ਕਦੋਂ ਕੈਪੀਟਲ ਹੈ ਜਿਹੜੀ ਅਕਮੂਲੇਟ ਹੋਣੀ ਸ਼ੁਰੂ ਕਰੂਗੀ। ਜੇ ਕਹਿੰਦਾ ਅਸੀਂ ਸਾਰੀ ਲੇਬਰਰਸ ਨੂੰ ਇੰਪਲੋਇਮੈਂਟ ਦੇ ਦਈਏ ਤਾਂ ਜਿਹੜਾ ਪਾਥ ਹੈ ਉਹ ਫੋਲੋ ਕੀਤਾ ਜਾ ਸਕਦਾ ਹੈ। ਆਫਟਰ ਨੋਇੰਗ ਦ ਟਾਈਮ ਪਾਥ ਕੈਪੀਟਲ ਸਟਾਕ ਤੇ ਸਪਲਾਈ ਆਫ ਲੇਬਰ ਤਾਂ ਸਾਨੂੰ ਰੀਅਲ ਆਊਟਪੁੱਟ ਵੀ ਮਿਲ ਜੂਗੀ। ਸੋ ਬਰੀਫ ਐਕਸਪਲੇਨੇਸ਼ਨ ਦਿੱਤੀ ਹੈ, ਸਾਰੇ ਮਾਡਲ ਨੂੰ ਐਕਸਪਲੇਨ ਕੀਤਾ ਹੈ। ਕਹਿੰਦਾ ਜਦੋਂ ਅਵੇਲੇਬਲ ਸਪਲਾਈ ਆਫ ਲੇਬਰ ਜਿਹਨੂੰ ਅਸੀਂ ਆ ਕਿਹਾ ਹੈ ਉਹ ਕੈਪੀਟਲ ਸਟਾਕ ਦੇ ਬਰਾਬਰ ਹੋ ਜਾਂਦੀ ਹੈ। ਇਹ ਇੱਕ ਡੈਟਮ ਹੈ, ਮਤਲਬ ਇੱਕ ਯੂਨੀਵਰਸਲ ਟਰੁੱਥ ਹੈ। ਸੋ ਰੀਅਲ ਰਿਟਰਨ ਟੂ ਫੈਕਟਰਸ ਨੇ ਜਿਹੜੀਆਂ ਉਹ ਐਡਜਸਟ ਕਰਨਗੀਆਂ ਤਾਂ ਕਿ ਲੇਬਰ ਤੇ ਕੈਪੀਟਲ ਵਿੱਚ ਫੁੱਲ ਇੰਪਲੋਇਮੈਂਟ ਆਵੇ। ਪ੍ਰੋਡਕਸ਼ਨ ਫੰਕਸ਼ਨ ਲਈ ਅਸੀਂ ਆਵਲੀ ਇਕੁਏਸ਼ਨ ਯੂਜ਼ ਕੀਤੀ ਹੈ ਜੋ ਸਾਨੂੰ ਦੱਸਦੀ ਹੈ ਕਿ ਸਾਡੀ ਪ੍ਰੋਡਕਸ਼ਨ ਕਿਸ ਰੇਟ ਤੇ ਵੱਧਦੀ ਹੈ। ਫਿਰ ਪ੍ਰੋਪੈਂਸਿਟੀ ਟੂ ਸੇਵ ਹੈ ਜੋ ਸਾਨੂੰ ਦੱਸਦੀ ਹੈ ਕਿ ਨੈਟ ਆਊਟਪੁੱਟ ਹੈ ਜਿਹੜੀ ਉਹਦੇ ਵਿੱਚ ਜਿੰਨੀਆਂ ਸੇਵਿੰਗਸ ਨੇ ਉਹ ਇਨਵੈਸਟ ਕਰ ਲਈਆਂ ਜਾਂਦੀਆਂ ਨੇ। ਤਾਂ ਸਾਨੂੰ ਪਤਾ ਲੱਗਦਾ ਹੈ ਕਿ ਨੈਟ ਅਕਮੂਲੇਸ਼ਨ ਆਫ ਕੈਪੀਟਲ ਡਿਊਰਿੰਗ ਦ ਕਰੰਟ ਪੀਰੀਅਡ ਕਿੰਨੀ ਹੋ ਰਹੀ ਹੈ। ਜਦੋਂ ਅਸੀਂ ਇਹਨੂੰ ਆਲਰੇਡੀ ਅਕਮੂਲੇਟਿਡ ਸਟਾਕ ਦੇ ਨਾਲ ਐਡ ਕਰ ਦਾਂਗੇ ਤਾਂ ਸਾਨੂੰ ਨੈਕਸਟ ਟਾਈਮ ਪੀਰੀਅਡ ਲਈ ਪਿਛਲਾ ਕਲੋਜ਼ਿੰਗ ਸਟਾਕ ਤੇ ਇਸ ਵਾਰੀ ਕੈਪੀਟਲ ਨਾਲ ਸਾਨੂੰ ਸਾਰਾ ਟੋਟਲ ਕੈਪੀਟਲ ਅਵੇਲੇਬਲ ਮਿਲ ਜੂਗੀ। ਸੋ ਹੋਲ ਪ੍ਰੋਸੈਸ ਨੂੰ ਰਿਪੀਟ ਕਰ ਸਕਦੇ ਹਾਂ ਅਸੀਂ ਇਸੇ ਤਰੀਕੇ ਦੇ ਨਾਲ। ਠੀਕ ਹੈ ਬੇਟਾ। ਸੋ ਆਈ ਥਿੰਕ ਤੁਹਾਡੇ ਲਈ ਇੰਨਾ ਸੋਲੋ ਮਾਡਲ ਸਮਝਣ ਲਈ ਅੱਜ ਬਹੁਤ ਹੈ। ਤਾਂ ਅੱਜ ਲਈ ਦਿਸ ਇਜ਼ ਸਫੀਸ਼ੀਐਂਟ। ਸੋ ਕੱਲ੍ਹ ਨੂੰ ਆਪਾਂ ਜਿਹੜਾ ਹੈ ਪੋਸੀਬਲ ਗਰੋਥ ਪੈਟਰਨ ਇਕੁਇਲਿਬਰੀਅਮ ਸਿਚੁਏਸ਼ਨਸ, ਠੀਕ ਹੈ, ਫਿਰ ਕਨਕਲੂਜਨ ਹੈ। ਕੱਲ੍ਹ ਤੁਹਾਡਾ ਸੋਲੋ ਦਾ ਮਾਡਲ ਹੈ ਜਿਹੜਾ ਉਹ ਕੰਪਲੀਟ ਹੋ ਜਾਊਗਾ। ਸੋ ਆਈ ਥਿੰਕ ਦਿਸ ਵਿਲ ਬੀ ਯੋਰ ਲਾਸਟ ਚੈਪਟਰ ਫਰੋਮ ਮਾਈ ਸਾਈਡ। ਜਿਹੜਾ ਨਿਊ ਕਲਾਸੀਕਲ ਹੈ ਇਹਨੂੰ ਆਪਾਂ ਨਹੀਂ ਕਰਨਾ, ਠੀਕ ਹੈ। ਦਿਸ ਇਜ਼ ਦਾ ਓਨਲੀ ਚੈਪਟਰ ਦੈਟ ਇਜ਼ ਲੈਫਟ ਫਰੋਮ ਮਾਈ ਸਾਈਡ। ਸੋ ਟੁਮਾਰੋ ਯੋਰ ਸਿਲੇਬਸ ਵਿਲ ਬੀ ਕੰਪਲੀਟਿਡ। ਸੋ ਬੇਟਾ ਆਪਣਾ ਪੜ੍ਹਨਾ ਸ਼ੁਰੂ ਕਰ ਲਓ। ਜਿੰਨੇ ਵੀ ਮਾਡਲਸ ਨੇ ਇਹ ਮੁਸ਼ਕਿਲ ਨੇ, ਇਹਨਾਂ ਦੇ ਉੱਤੇ ਥੋੜ੍ਹਾ ਜ਼ਿਆਦਾ ਐਫਰਟ ਲਗਾ ਕੇ ਆਪਣੀ ਤਿਆਰੀ ਕਰੋ। ਡਿਵੈਲਪਮੈਂਟ ਦਾ ਜਿਹੜਾ ਟੌਪਿਕ ਹੈ ਥੋੜ੍ਹਾ ਮੁਸ਼ਕਿਲ ਹੈ, ਇਹਨੂੰ ਕਰਨਾ ਸ਼ੁਰੂ ਕਰੋ। ਟਿਲ ਦੈਨ ਗੁੱਡ ਬਾਏ ਬੇਟਾ, ਹੈਵ ਅ ਨਾਈਸ ਟਾਈਮ।